ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਇਸ ਖਾਸ ਪੇਸ਼ਕਸ਼ ਦੇ ਵਿੱਚ ਸਵਾਗਤ ਹੈ ਤੇ ਗੱਲਬਾਤ ਕਰਾਂਗੇ ਕੈਨੇਡੀਅਨ ਇਮੀਗ੍ਰੇਸ਼ਨ ਦੇ ਬਾਰੇ। ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਦੇ ਵੱਲੋਂ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਪੀਆਰ ਪ੍ਰੋਗਰਾਮ ਦੇ ਲਈ ਯੋਗ ਉਮੀਦਵਾਰਾਂ ਨੂੰ ਇਨਵੀਟੇਸ਼ਨ ਭੇਜ ਦਿੱਤੇ ਗਏ ਹਨ। ਇਹ ਇਨਵੀਟੇਸ਼ਨ ਈਮੇਲ ਦੇ ਜ਼ਰੀਏ ਭੇਜੇ ਗਏ ਹਨ। ਇਨਬਾਕਸ ਦੀ ਜਗ੍ਹਾ ਤੇ ਜੰਕ ਬਾਕਸ ਵੀ ਚੈੱਕ ਕੀਤਾ ਜਾ ਸਕਦਾ ਹੈ। ਕਈ ਵਾਰ ਈਮੇਲ ਜੰਕ ਬਾਕਸ ਦੇ ਵਿੱਚ ਚਲੀ ਜਾਂਦੀ ਹੈ ਤੇ ਅਸੀਂ ਨਹੀਂ ਦੇਖ ਰਹੇ ਹੁੰਦੇ। ਇਮੀਗ੍ਰੇਸ਼ਨ ਮੰਤਰਾਲੇ ਦੇ ਵੱਲੋਂ 23,100 ਵਿਅਕਤੀਆਂ ਨੂੰ ਇਨਵੀਟੇਸ਼ਨ ਭੇਜੇ ਗਏ ਹਨ ਅਤੇ ਇਸ ਵਾਰ 15,000 ਮਾਪਿਆਂ ਨੂੰ ਪੀਆਰ ਦਿੱਤੀ ਜਾਣੀ ਹੈ। ਇਸ ਵਰੇ ਨਵੀਆਂ ਅਰਜ਼ੀਆਂ ਨਹੀਂ ਲਈਆਂ ਗਈਆਂ ਅਤੇ ਸਿਰਫ ਉਹਨਾਂ ਵਿਅਕਤੀਆਂ ਨੂੰ ਇਨਵੀਟੇਸ਼ਨ ਭੇਜੇ ਗਏ ਹਨ ਜਿਨ੍ਹਾਂ ਨੇ 2020 ਦੇ ਦੌਰਾਨ ਅਰਜ਼ੀ ਦਿੱਤੀ ਸੀ। ਪੂਲ ਵਿੱਚ ਇਸ ਸਮੇਂ 1,53,013 ਅਰਜ਼ੀਆਂ ਹਨ। ਦੱਸਣਯੋਗ ਹੈ ਕਿ ਮੰਤਰਾਲੇ ਨੇ ਲੰਘੇ ਸਾਲ ਵੀ ਨਵੀਆਂ ਅਰਜ਼ੀਆਂ ਨਹੀਂ ਲਈਆਂ ਸਨ ਅਤੇ 2020 ਦੇ ਦੌਰਾਨ ਅਰਜ਼ੀ ਦੇਣ ਵਾਲੇ ਵਿਅਕਤੀਆਂ ਨੂੰ ਹੀ ਇਨਵੀਟੇਸ਼ਨ ਭੇਜੇ ਗਏ ਸਨ। ਭਾਵੇਂ ਕਿ ਇਮੀਗ੍ਰੇਸ਼ਨ ਮੰਤਰਾਲੇ ਨੇ ਇਸ ਵਾਰ 15,000 ਮਾਪਿਆਂ ਨੂੰ ਪੀਆਰ ਦੇਣ ਦਾ ਟੀਚਾ ਮਿਥਿਆ, ਪਰ ਇਸ ਵਾਰ ਵੱਧ ਵਿਅਕਤੀਆਂ ਨੂੰ ਇਨਵੀਟੇਸ਼ਨ ਭੇਜੇ ਗਏ ਹਨ। ਵਿਭਾਗ ਦਾ ਕਹਿਣਾ ਹੈ ਕਿ ਵਧੇਰੇ ਇਨਵੀਟੇਸ਼ਨ ਇਸ ਲਈ ਭੇਜੇ ਗਏ ਹਨ ਤਾਂ ਜੋ 15,000 ਮਾਪਿਆਂ ਦੀ ਪੀਆਰ ਦੇ ਟੀਚੇ ਨੂੰ ਪੂਰਾ ਕੀਤਾ ਜਾ ਸਕੇ। ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਇਨਵੀਟੇਸ਼ਨ ਮਿਲਣ ਤੋਂ ਬਾਅਦ ਬਿਨੇਕਾਰ ਪੀਆਰ ਲਈ ਅਪਲਾਈ ਕਰਦੇ ਹਨ, ਪਰ ਇਹ ਲਾਜ਼ਮੀ ਨਹੀਂ ਹੋਵੇ ਕਿ ਪੀਆਰ ਹਾਸਲ ਹੀ ਹੋਵੇ। ਮਾਹਿਰਾਂ ਮੁਤਾਬਿਕ ਵੱਖ-ਵੱਖ ਕਾਰਨਾਂ ਕਰਕੇ ਪੀਆਰ ਦੀ ਅਰਜ਼ੀ ਰੱਦ ਹੋ ਸਕਦੀ ਹੈ ਤੇ ਇਸ ਵਿੱਚ ਵੱਡਾ ਕਾਰਨ ਆਮਦਨ ਦੀ ਸ਼ਰਤ ਦਾ ਹੁੰਦਾ ਹੈ। ਤਾਂ ਦੱਸ ਦਈਏ ਕਿ ਸਪਾਂਸਰ ਕਰਨ ਵਾਲੇ ਨੂੰ ਪਿਛਲੇ 3 ਸਾਲਾਂ ਲਈ ਕੁਝ ਆਮਦਨ ਦਿਖਾਉਣੀ ਪੈਂਦੀ ਹੈ। ਇਹ ਆਮਦਨ ਸਪਾਂਸਰ ਕੀਤੇ ਜਾਣ ਵਾਲੇ ਵਿਅਕਤੀਆਂ ਤੇ ਨਿਰਭਰ ਕਰਦੀ ਹੈ। ਸ਼ੁਰੂਆਤੀ ਦੌਰ ਵਿੱਚ ਆਮਦਨ ਦਿਖਾਉਣ ਦੇ ਲਈ ਦਸਤਾਵੇਜ਼ ਲੋੜੀਂਦੇ ਨਹੀਂ ਹੁੰਦੇ ਅਤੇ ਇਸ ਕਰਕੇ ਇਨਵੀਟੇਸ਼ਨ ਆਉਣ ਤੋਂ ਬਾਅਦ ਅਰਜ਼ੀ ਰੱਦ ਹੋ ਜਾਂਦੀ ਹੈ। ਜਦੋਂ ਬਿਨੇਕਾਰ ਤੋਂ ਆਮਦਨ ਦੇ ਸਬੂਤ ਮੰਗੇ ਜਾਂਦੇ ਹਨ, ਜਿਨ੍ਹਾਂ ਬਿਨੇਕਾਰਾਂ ਨੂੰ ਇਨਵੀਟੇਸ਼ਨ ਮਿਲ ਗਏ ਹਨ, ਉਹ 24 ਦਸੰਬਰ ਤੱਕ ਆਪਣੀ ਅਰਜ਼ੀ ਦੇ ਸਕਦੇ ਹਨ। ਅਪਲਾਈ ਕਰਨ ਸਮੇਂ ਬਿਨੇਕਾਰਾਂ ਨੂੰ 2 ਅਰਜ਼ੀਆਂ ਦੇਣੀਆਂ ਪੈਂਦੀਆਂ ਨੇ। ਇੱਕ ਅਰਜ਼ੀ ਸਪਾਂਸਰ ਕਰਨ ਵਾਲੇ ਵਿਅਕਤੀ ਦੇ ਵੱਲੋਂ ਅਤੇ ਦੂਸਰੀ ਅਰਜ਼ੀ ਮਾਪਿਆਂ ਦੇ ਵੱਲੋਂ ਦਿੱਤੀ ਜਾਣੀ ਚਾਹੀਦੀ ਹੈ। ਦੋਵੇਂ ਅਰਜ਼ੀਆਂ ਇਕੱਠੀਆਂ ਦੇਣੀਆਂ ਪੈਂਦੀਆਂ ਹਨ। ਇਹ ਅਰਜ਼ੀਆਂ ਆਨਲਾਈਨ ਦਿੱਤੀਆਂ ਜਾ ਸਕਦੀਆਂ ਹਨ। ਹੁਣ ਬਹੁਤ ਸਾਰੇ ਲੋਕਾਂ ਦਾ ਇਹ ਸਵਾਲ ਹੈ ਕਿ ਇਨਵੀਟੇਸ਼ਨ ਦਾ ਆਖਰ ਪਤਾ ਕਿਵੇਂ ਲੱਗੇ। ਮੰਤਰਾਲੇ ਦੇ ਵੱਲੋਂ ਇਨਵੀਟੇਸ਼ਨ ਉੱਤੇ ਈਮੇਲ ਅਤੇ ਘਰ ਦੇ ਪਤੇ ਤੇ ਭੇਜੇ ਗਏ ਹਨ ਜੋ ਬਿਨੇਕਾਰ ਨੇ ਅਪਲਾਈ ਕਰਨ ਸਮੇਂ ਵਿਭਾਗ ਨੂੰ ਦਿੱਤੇ ਸਨ। ਜੇਕਰ ਬਿਨੇਕਾਰ ਕੋਲ ਉਹ ਈਮੇਲ ਦੀ ਜਾਣਕਾਰੀ ਨਾ ਹੋਵੇ ਜਾਂ ਬਿਨੇਕਾਰ ਇਸ ਈਮੇਲ ਦੀ ਵਰਤੋਂ ਨਾ ਕਰ ਰਹੇ ਹੋਣ ਤਾਂ ਇਨਵੀਟੇਸ਼ਨ ਆਉਣ ਦਾ ਪਤਾ ਕਨਫਰਮੇਸ਼ਨ ਨੰਬਰ ਤੋਂ ਲਗਾਇਆ ਜਾ ਸਕਦਾ ਹੈ। ਇਨਵੀਟੇਸ਼ਨ ਲੈਟਰ ਦੀ ਕਾਪੀ ਅਰਜ਼ੀ ਲਗਾਉਣ ਸਮੇਂ ਨਾਲ ਲਗਾਉਣੀ ਲਾਜ਼ਮੀ ਹੈ। ਹੁਣ ਦੂਜਾ ਸਵਾਲ ਇਹ ਬਹੁਤ ਦੇਖਣ ਨੂੰ ਮਿਲਿਆ ਕਿ ਕਿਵੇਂ ਲੱਭੀਏ ਕਨਫਰਮੇਸ਼ਨ ਨੰਬਰ ਗੁੰਮ ਹੋਣ ਦੀ ਸੂਰਤ ਵਿੱਚ ਵੀ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਇੱਕ ਲਿੰਕ ਜਾਰੀ ਕੀਤਾ ਗਿਆ। ਬਿਨੇਕਾਰ ਇਸ ਲਿੰਕ ਤੇ ਆਪਣੀ ਜਾਣਕਾਰੀ ਦੇ ਕੇ ਕਨਫਰਮੇਸ਼ਨ ਨੰਬਰ ਲੈ ਸਕਦੇ ਹਨ। ਵਿਭਾਗ ਵੱਲੋਂ 10 ਦਿਨਾਂ ਦੇ ਅੰਦਰ ਕਨਫਰਮੇਸ਼ਨ ਨੰਬਰ ਦੇਣ ਦਾ ਦਾਅਵਾ ਕੀਤਾ ਗਿਆ। ਅਰਜ਼ੀ ਦੇਣ ਵਿੱਚ ਕੋਈ ਦਿੱਕਤ ਆਉਣ ਤੇ ਮੰਤਰਾਲੇ ਵੱਲੋਂ ਵੈਬ ਫਾਰਮ ਪਾਉਣ ਦੀ ਸਲਾਹ ਦਿੱਤੀ ਗਈ ਹੈ। ਸਪਾਂਸਰ ਕਰਨ ਦੀ ਫੀਸ $1,080 ਹੈ ਅਤੇ ਵਿਭਾਗ ਦੀ ਵੈਬਸਾਈਟ ਦੇ ਮੁਤਾਬਿਕ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਦੀ ਪੀਆਰ ਦੀ ਅਰਜ਼ੀ ਦਾ ਪ੍ਰੋਸੈਸਿੰਗ ਸਮਾਂ 37 ਮਹੀਨੇ ਹੈ। ਹੁਣ ਇੱਕ ਸਵਾਲ ਹੋਰ ਆਉਂਦਾ ਹੈ ਕਿ ਜੇਕਰ ਇਨਵੀਟੇਸ਼ਨ ਨਹੀਂ ਆਇਆ ਤਾਂ ਕੀ? ਇਨਵੀਟੇਸ਼ਨ ਨਾ ਆਉਣ ਤੇ ਵਿਅਕਤੀਆਂ ਕੋਲ ਵਿਜ਼ਿਟਰ ਵੀਜ਼ਾ ਜਾਂ ਸੁਪਰ ਵੀਜ਼ੇ ਦਾ ਵਿਕਲਪ ਬਚਦਾ ਹੈ। ਵਿਜ਼ਿਟਰ ਵਿੱਚ ਵਿਅਕਤੀ 6 ਮਹੀਨੇ ਰਹਿ ਸਕਦਾ ਹੈ ਤੇ ਸੁਪਰ ਵੀਜ਼ੇ ਤੇ ਆਇਆ ਹੋਇਆ ਵਿਅਕਤੀ ਲਗਾਤਾਰ 5 ਸਾਲ ਕੈਨੇਡਾ ਦੇ ਵਿੱਚ ਰਹਿ ਸਕਦਾ ਹੈ। ਪਰ ਸਿਰਫ ਪੀਆਰ ਜਾਂ ਸਿਟੀਜ਼ਨ ਹੀ ਆਪਣੇ ਮਾਪਿਆਂ ਨੂੰ ਸੁਪਰ ਵੀਜ਼ੇ ਤੇ ਬੁਲਾ ਸਕਦੇ ਹਨ। ਸੁਪਰ ਵੀਜ਼ੇ ਤੇ ਆਇਆ ਹੋਇਆ ਵਿਅਕਤੀ ਪਹਿਲਾਂ ਲਗਾਤਾਰ 2 ਸਾਲ ਤੱਕ ਕੈਨੇਡਾ ਰਹਿ ਸਕਦਾ ਸੀ, ਪਰ ਇਮੀਗ੍ਰੇਸ਼ਨ ਮੰਤਰਾਲੇ ਨੇ ਇਸ ਸਾਲ ਜੂਨ ਮਹੀਨੇ ਦੇ ਦੌਰਾਨ ਕੈਨੇਡਾ ਰਹਿਣ ਦੀ ਮਿਆਦ ਨੂੰ 2 ਤੋਂ ਵਧਾ ਕੇ 5 ਸਾਲ ਕਰ ਦਿੱਤਾ ਸੀ। ਇਹਨਾਂ ਦੋਹਾਂ ਹਾਲਾਤਾਂ ਦੇ ਵਿੱਚ ਮਾਪਿਆਂ ਨੂੰ ਮੈਡੀਕਲ ਸਹੂਲਤ ਨਹੀਂ ਮਿਲਦੀ। ਸੁਪਰ ਵੀਜ਼ੇ ਲਈ ਮੈਡੀਕਲ ਇੰਸ਼ੋਰੈਂਸ ਲਾਜ਼ਮੀ ਹੈ ਅਤੇ ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਜਾਰੀ ਨਵੇਂ ਨਿਯਮਾਂ ਅਨੁਸਾਰ ਹੁਣ ਸੁਪਰ ਵੀਜ਼ੇ ਦੀ ਅਰਜ਼ੀ ਦੇਣ ਸਮੇਂ ਮੈਡੀਕਲ ਇੰਸ਼ੋਰੈਂਸ ਦੀ ਸਾਰੀ ਕਿਸ਼ਤ ਭਰਨੀ ਲਾਜ਼ਮੀ ਹੈ। ਕੈਨੇਡੀਅਨ ਸਰਕਾਰ ਦੇ ਵੱਲੋਂ ਸੁਪਰ ਵੀਜ਼ਾ ਬਾਬਤ ਕਈ ਅਹਿਮ ਤਬਦੀਲੀਆਂ ਕਰਦਿਆਂ ਮਾਪਿਆਂ ਦੇ ਕੈਨੇਡਾ ਵਿੱਚ ਲਗਾਤਾਰ ਸਟੇ ਦੀ ਮਿਆਦ ਨੂੰ 2 ਤੋਂ ਵਧਾ ਕੇ 5 ਸਾਲ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਵੀਜ਼ੇ ਲਈ ਲਾਜ਼ਮੀ ਇੰਸ਼ੋਰੈਂਸ ਵਿੱਚ ਵੀ ਕੁਝ ਬਦਲਾਅ ਕੀਤੇ ਗਏ ਸਨ। ਉਧਰ ਇਸ ਵੀਜ਼ੇ ਵਿੱਚ ਬਦਲਾਅ ਦੀ ਮੰਗ ਕਰਦਿਆਂ ਪ੍ਰਾਈਵੇਟ ਮੈਂਬਰ ਬਿੱਲ ਲੈ ਕੇ ਆਉਣ ਵਾਲੇ ਕੰਜ਼ਰਵੇਟਿਵ ਐਮਪੀ ਨੇ ਸਰਕਾਰ ਤੇ ਉਹਨਾਂ ਦੇ ਕੰਮ ਦੀ ਨਕਲ ਮਾਰ ਕੇ ਵਾਹਵਾ ਖੱਟਣ ਦਾ ਦੋਸ਼ ਵੀ ਲਗਾਇਆ ਸੀ। ਇਮੀਗ੍ਰੇਸ਼ਨ ਮਿਨਿਸਟਰ ਸ਼ੌਨ ਫਰੇਜ਼ਰ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਇਹ ਕਦਮ ਪਰਿਵਾਰਾਂ ਨੂੰ ਇਕੱਠੇ ਕਰਨ ਦੇ ਉਦੇਸ਼ ਦੇ ਨਾਲ ਲਿਆ ਗਿਆ। ਕੈਨੇਡਾ ਵਿੱਚ ਵਸਦੇ ਪੰਜਾਬੀ ਮੂਲ ਦੇ ਬਹੁਤ ਸਾਰੇ ਵਿਅਕਤੀਆਂ ਦਾ ਕਹਿਣਾ ਹੈ ਕਿ ਸੁਪਰ ਵੀਜ਼ੇ ਵਿੱਚ ਸਟੇ ਵਧਾਉਣਾ ਇੱਕ ਵਧੀਆ ਕਦਮ ਹੈ, ਪਰ ਸਰਕਾਰ ਮਾਪਿਆਂ ਨੂੰ ਪੱਕੇ ਕਰਨ ਦੇ ਵੱਲ ਧਿਆਨ ਦੇਵੇ। ਇਸ ਸਮੇਂ ਕੈਨੇਡਾ ਵਿੱਚ ਲਾਟਰੀ ਸਿਸਟਮ ਹੈ, ਜਿਸ ਦਾ ਭਾਵ ਹੈ ਕਿ ਸਾਰੇ ਬਿਨੇਕਾਰ ਅਰਜ਼ੀ ਦਿੰਦੇ ਨੇ ਤੇ ਉਹਨਾਂ ਵਿੱਚੋਂ ਕੁਝ ਦੀ ਅਰਜ਼ੀ ਨੂੰ ਸਵੀਕਾਰ ਕੀਤਾ ਜਾਂਦਾ ਹੈ।
ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਦੇ ਵੱਲੋਂ ਸਾਲ 2021 ਦੇ ਦੌਰਾਨ 40,000 ਮਾਪਿਆਂ ਨੂੰ ਪੀਆਰ ਦੇਣ ਦਾ ਐਲਾਨ ਕੀਤਾ ਗਿਆ ਸੀ। ਕੈਨੇਡਾ ਵਿੱਚ ਇੱਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੋਂ ਰਹਿ ਰਹੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਲੋਟਰੀ ਸਿਸਟਮ ਦੀ ਬਜਾਏ ਪਹਿਲਾਂ ਆਓ ਪਹਿਲਾਂ ਪਾਓ ਯਾਨੀ ਕਿ ਫਰਸਟ ਕਮ ਫਰਸਟ ਸਰਵ ਤਹਿਤ ਬਹੁਤ ਸਾਲ ਪਹਿਲਾਂ ਅਪਲਾਈ ਕਰਨ ਵਾਲਿਆਂ ਨੂੰ ਪਹਿਲ ਦੇਣੀ ਚਾਹੀਦੀ ਸੀ। ਹੁਣ ਸਟੈਟਿਸਟਿਕਸ ਕੈਨੇਡਾ ਦੇ ਦੁਆਰਾ ਇੱਕ ਨਵੀਂ ਰਿਪੋਰਟ ਵੀ ਜਾਰੀ ਕੀਤੀ ਗਈ ਹੈ, ਉਸ ਬਾਰੇ ਵੀ ਗੱਲਬਾਤ ਕਰ ਲੈਂਦੇ ਹਾਂ। ਸਟੈਟਿਸਟਿਕਸ ਕੈਨੇਡਾ ਦੇ ਦੁਆਰਾ ਜਾਰੀ ਕੀਤੇ ਗਏ ਨਵੇਂ ਜਨਗਣਨਾ ਅੰਕੜਿਆਂ ਦੇ ਅਨੁਸਾਰ ਕੈਨੇਡਾ ਦੀ ਲਗਭਗ 1/4 ਆਬਾਦੀ ਜਾਂ ਤਾਂ ਪ੍ਰਵਾਸੀ ਰਹਿ ਰਹੇ ਨੇ ਜਾਂ ਪਰਮਾਨੈਂਟ ਰੈਜ਼ੀਡੈਂਟਸ। ਕੈਨੇਡਾ ਦੇ ਇਤਿਹਾਸ ਵਿੱਚ ਕੁੱਲ ਆਬਾਦੀ ਵਿੱਚੋਂ ਪ੍ਰਵਾਸੀ ਆਬਾਦੀ ਦਾ ਇਹ ਸਭ ਤੋਂ ਵੱਡਾ ਅੰਕੜਾ ਹੈ। 2021 ਦੀ ਜਨਗਣਨਾ ਦੇ ਅਨੁਸਾਰ ਇਸ ਸ਼੍ਰੇਣੀ ਵਿੱਚ 8.3 ਮਿਲੀਅਨ ਲੋਕ ਆਉਂਦੇ ਹਨ, ਜੋ ਕਿ ਕੁੱਲ ਆਬਾਦੀ ਦਾ 23% ਬਣਦਾ ਹੈ। ਇਸ ਤੋਂ ਪਹਿਲਾਂ 1921 ਵਿੱਚ 22.3% ਇਮੀਗ੍ਰੈਂਟ ਆਬਾਦੀ ਰਿਕਾਰਡ ਹੋਈ ਸੀ। ਨਵੇਂ ਜਾਰੀ ਕੀਤੇ ਗਏ ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਕੈਨੇਡਾ ਵਿੱਚ ਪ੍ਰਵਾਸੀਆਂ ਅਤੇ ਪਰਮਾਨੈਂਟ ਰੈਜ਼ੀਡੈਂਟਸ ਦੀ ਪ੍ਰਤੀਸ਼ਤਤਾ ਕਿਸੇ ਵੀ ਹੋਰ G7 ਦੇਸ਼ ਨਾਲੋਂ ਵਧੇਰੇ ਹੈ। ਰਿਪੋਰਟ ਦੇ ਅਨੁਸਾਰ ਜੇ ਇਹ ਰੁਝਾਨ ਜਾਰੀ ਰਿਹਾ ਤਾਂ 2041 ਤੱਕ ਕੈਨੇਡਾ ਦੀ ਆਬਾਦੀ ਵਿੱਚੋਂ ਪ੍ਰਵਾਸੀਆਂ ਅਤੇ ਪਰਮਾਨੈਂਟ ਰੈਜ਼ੀਡੈਂਟਸ ਦੀ ਪ੍ਰਤੀਸ਼ਤਤਾ 29.1% ਤੋਂ 34% ਦੇ ਦਰਮਿਆਨ ਹੋਣ ਦਾ ਅਨੁਮਾਨ ਹੈ। As a long-standing, ongoing and widespread demand for information on the ethnocultural diversity of the population, the origins reported by respondents are subjective in nature and multidimensional, reflecting the image Canadians have of ourselves as well as the knowledge and understanding of our family's ethnic and cultural heritage at a given time. Changes were made to the 2021 census question on ethnic or cultural origins to better reflect the changing and complex nature of the diversity in the country. As a result, Statistics Canada is publishing data on more than 450 ethnic or cultural origins, as reported in the 2021 census. Canadian was the top origins reported, along or with other origins. Nearly 1 in 6 people, or 5.7 million persons in Canada, reported this origin. Origins from the British Isles were the next most common. In particular, English, Irish, Scottish were reported most often by Canadians. French was ranked 5th among origins most often reported. French Canadian was also on the list of most frequently reported origin. German, Italian, Ukrainian, Chinese, and Indian were also reported by at least 1 million people in Canada. Trade differ across the country. In every province and territories, Canadian, English, Irish, Scottish, and French are among the origins most often reported, along or with other origins. Aside from this constant factor, many other ethnic origins stand out in various regions of the country. For example, in Ontario, we also see German, Italian, and Chinese. And in Quebec, Quebecois and French Canadians are among the top ethnic origins. Another long-standing and ongoing need for diversity data is on religious affiliation. This information has been collected every 10 years since 1871. ਸਾਲ 2016 ਤੋਂ 2021 ਦੇ ਦਰਮਿਆਨ 1.3 ਮਿਲੀਅਨ ਨਵੇਂ ਇਮੀਗ੍ਰੈਂਟਸ ਕੈਨੇਡਾ ਵਿੱਚ ਪੱਕੇ ਤੌਰ ਤੇ ਸੈਟਲ ਹੋਏ ਹਨ। ਜਨਗਣਨਾ ਦੇ ਪੀਰੀਅਡ ਵਿੱਚ ਇਮੀਗ੍ਰੈਂਟਸ ਦੇ ਇਸ ਰਿਕਾਰਡ ਵਾਧੇ ਦਾ ਅਰਥ ਹੈ ਕਿ ਕੁੱਲ ਇਮੀਗ੍ਰੈਂਟਸ ਵਿੱਚੋਂ ਤਕਰੀਬਨ 16% ਇਮੀਗ੍ਰੈਂਟਸ ਹਾਲ ਦੇ ਸਾਲਾਂ ਵਿੱਚ ਹੀ ਕੈਨੇਡਾ ਆਏ ਹਨ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਨਵੇਂ ਇਮੀਗ੍ਰੈਂਟਸ ਦੀ ਔਸਤ ਉਮਰ ਬਾਕੀ ਕੈਨੇਡੀਅਨ ਆਬਾਦੀ ਨਾਲੋਂ ਮੁਕਾਬਲਤਨ ਘੱਟ ਹੈ ਅਤੇ ਉਹ ਕੈਨੇਡਾ ਵਿੱਚ ਕਾਮਿਆਂ ਦੀ ਘਾਟ ਦੂਰ ਕਰਨ ਦੇ ਲਈ ਬੇਹੱਦ ਜ਼ਰੂਰੀ। 64% ਤੋਂ ਵੱਧ ਇਮੀਗ੍ਰੈਂਟਸ ਦੀ ਉਮਰ 25 ਤੋਂ 64 ਸਾਲ ਦੇ ਦਰਮਿਆਨ ਹੈ, ਜਿਨ੍ਹਾਂ ਵਿੱਚੋਂ ਸਿਰਫ 3.6% 55 ਤੋਂ 64 ਸਾਲ ਦੇ ਹਨ। 17% ਤੋਂ ਵੱਧ ਨਵੇਂ ਇਮੀਗ੍ਰੈਂਟਸ 15 ਸਾਲ ਤੋਂ ਘੱਟ ਉਮਰ ਦੇ ਹਨ। ਇਸ ਦੇ ਬਾਰੇ Quebec ਦੇ ਫਰਾਂਸਵਾ ਦਾ ਵੀ ਬਿਆਨ ਸਾਹਮਣੇ ਆਇਆ। Your comment on the new census data that shows 23% of Canadians are now immigrants. Does that change the way your new immigration minister will proceed with her work? No, I think it's important for our society to get more immigrants, but
But we need also to make sure that we stop the decline of French in Quebec. So we have to find a balance. I'm hoping we have a new minister, Christine Fréchette, that will look and discuss with the different people. So it's not black or white, it's a question of balance between economy, society, culture, and keeping French position for French in Quebec. ਤੇ ਰਿਪੋਰਟ ਅਨੁਸਾਰ ਕੈਨੇਡਾ ਆਉਣ ਵਾਲੇ ਨਵੇਂ ਇਮੀਗ੍ਰੈਂਟਸ ਵਿੱਚੋਂ 62% ਦਾ ਜਨਮ ਏਸ਼ੀਆ ਮਹਾਦੀਪ ਦੇ ਵਿੱਚ ਹੋਇਆ, ਜਿਸ ਵਿੱਚ ਮੱਧ ਏਸ਼ੀਆ ਦੇ ਵੀ ਸ਼ਾਮਲ ਹਨ। 1971 ਵਿੱਚ ਏਸ਼ੀਆਈ ਮੂਲ ਦੇ ਇਮੀਗ੍ਰੈਂਟਸ ਦੀ ਤਾਦਾਦ 12.1% ਸੀ ਅਤੇ 2021 ਵਿੱਚ ਇਹ ਵੱਧ ਕੇ 62% ਦਰਜ ਕੀਤੀ ਗਈ। ਏਸ਼ੀਆਈ ਦੇਸ਼ਾਂ ਵਿੱਚ ਭਾਰਤ ਇਮੀਗ੍ਰੈਂਟਸ ਦਾ ਸਭ ਤੋਂ ਵੱਡਾ ਸਰੋਤ ਬਣ ਕੇ ਉੱਭਰਿਆ। 2016 ਤੋਂ 2021 ਦੇ ਦਰਮਿਆਨ ਏਸ਼ੀਆਈ ਮੂਲ ਦੇ ਕੈਨੇਡਾ ਆਉਣ ਵਾਲੇ ਇਮੀਗ੍ਰੈਂਟਸ ਵਿੱਚੋਂ 18.6% ਇਮੀਗ੍ਰੈਂਟਸ ਭਾਰਤੀ ਸਨ। ਹੁਣ ਕੈਨੇਡਾ ਨੂੰ ਕਾਮਿਆਂ ਦੀ ਜ਼ਰੂਰਤ ਹੈ। 2016 ਤੋਂ 2021 ਦੇ ਦੌਰਾਨ ਕੈਨੇਡਾ ਦੀ ਲੇਬਰ ਫੋਰਸ यानी कि कामियां दे वाधे का 80% हिस्सा प्रवासियों का है। अपनी योग्यता करके नवे प्रवासियों को कनेडियन आर्थिकता में योगदान पाने लिए चुनिया जाता है। स्टैटिस्टिक्स कैनेडा अनुसार 2016 तो 2021 के दरमियान आने वाले नवे इमीग्रेंट्स विचों अद्धे तो वध यानी कि 1.3 मिलियन विचों 7,48,120 इमीग्रेंट्स आर्थिक श्रेणी अधीन कैनेडा आए सन। इन्हां आर्थिक प्रवासियों विचों 35% के करीब लोग स्किल्ड वर्कर प्रोग्रामां दे तहत अते करीब 33% प्रोविंशियल नॉमिनी प्रोग्राम के तहत कैनेडा आए सन। टैंपरेरी तौर पर वर्क वीज़ा, रिफ्यूजी या स्टडी वीज़ा ते आके बाद विच परमानेंट रेजिडेंट्स होने वाले लोगों की गिनती विच भी काफ़ी वाधा होया। 2001 तो 2005 के दौरान नवे प्रवासियों विच इस श्रेणी की प्रतिशतता 18% सी, जो कि 2021 विच वध के 36.6% दर्ज हुई है। नवे जनगणना डेटा के अनुसार तकरीबन 90% नवे इमीग्रेंट्स सैटल होने के लिए वड्डे 1 लाख तो वध आबादी वाले शहरों की चोण करते हैं। 2016 तो 2021 के दरमियान नवे इमीग्रेंट्स विचों 29.5% टोरंटो, 12.2% मॉन्ट्रियल और 11.7% वैनकूवर विच सैटल हुए हैं। हालांकि नवे आने वाले इमीग्रेंट्स का इन्हां शहरों में सैटल होने का रुझान घट रहा है, क्योंकि इन्हां 3 शहरों तो बाहर सैटल होने वाले इमीग्रेंट्स की तादाद वध रही है। 2016 में 56% नवे इमीग्रेंट्स ने सैटल होने के लिए टोरंटो, मॉन्ट्रियल और वैनकूवर की चोण की सी, पर 2021 में यह दर घट के 53.4% रिकॉर्ड हुई है। सब तो वड्डा निगार मॉन्ट्रियल दे विच आया, जिथे 2016 विच कुल इमीग्रेंट्स विचों 14.8% ने मॉन्ट्रियल विच सैटल होने का इरादा सी, पर 2021 विच यह दर घट के 12.2% दर्ज हुई। नवे इमीग्रेंट्स हुण नवे शहरी इलाकों में सैटल हो रहे हैं। ऑटवा, गैटिन्यू इलाके में नवे इमीग्रेंट्स का अनुपात 2016 के 3.1% तो वध के 2021 में 4.4% दर्ज होया। इस तरह किचनर, कैम्ब्रिज, वाटरलू में नवे इमीग्रेंट्स की गिनती 1.2% तो वध के 2.1% हो गई है। मोटे तौर के उत्ते दस्सिया जाए तो अटलांटिक कैनेडा में सैटल होने वाले नवे इमीग्रेंट्स की गिनती पिछले 15 सालों के 3 गुणा वधी है। 2006 ਦੇ 1.2% ਤੋਂ ਵੱਧ ਕੇ 2021 ਵਿੱਚ 3.5% ਦਰਜ ਹੋਈ ਹੈ। ਕੈਨੇਡਾ ਆਉਣ ਵਾਲੇ ਨਵੇਂ ਇਮੀਗ੍ਰੈਂਟਸ ਵਿੱਚੋਂ 62% ਦਾ ਜਨਮ ਏਸ਼ੀਆ ਮਹਾਦੀਪ ਵਿੱਚ ਹੋਇਆ, ਜਿਸ ਵਿੱਚ ਮੱਧ ਏਸ਼ੀਆ ਵੀ ਸ਼ਾਮਿਲ ਹੈ ਤੇ ਹਰੇਕ 5 ਵਿੱਚੋਂ ਇੱਕ ਇਮੀਗ੍ਰੈਂਟ ਭਾਰਤ ਵਿੱਚ ਜੰਮਿਆ, ਜਿਸ ਨਾਲ ਕੈਨੇਡਾ ਦੇ ਪ੍ਰਵਾਸੀਆਂ ਵਿੱਚ ਭਾਰਤ ਸਭ ਤੋਂ ਮੋਹਰੀ ਹੈ। यूरोप तो आने वाले इमीग्रेंट्स की गिनती में कमी आ रही है। यह अंकड़ा 1971 के 61.6% तो घट के 2021 में 10.1% दर्ज होया। हाल में आने वाले नवे इमीग्रेंट्स विचों ज़्यादातर 93% अंग्रेजी या फ्रेंच में गलबात करन दे योग हैं। इमीग्रेंट्स के कई द्वार खुले हैं, दरवाजे खुले हैं। इमीग्रेशन हो रही है, लगातार हो रही है, पर किहड़ा अंश तुहाडे लई सही है, किहड़ा राह तुहाडे लई सही है, ये तुसीं चुनना है। इन्फॉर्मेशन ते अपडेट असीं तुहाडे तक इस तरह पहुंचाते रहांगे। देखते रहो सांझा टीवी।